हाँ जी, ਹੈਲੋ एवरीवन। ਤਾਂ ਵੈਲਕਮ ਟੂ ਮਾਈ YouTube ਚੈਨਲ। ਆਪਾਂ ਅਜੇ ਸਟਾਰਟ ਕੀਤੇ ਹੋਏ ਸੀ ਰਿਸੋਰਸਿਸ ਤੇ ਅੱਜ ਆਪਾਂ ਪੜਾਂਗੇ ਰਿਸੋਰਸਿਸ ਦਾ ਸੈਕਿੰਡ ਪਾਰਟ। ਥੋੜਾ ਜਿਹਾ ਰਿਵਾਈਂਡ ਕਰੀਏ ਤਾਂ ਥੋੜਾ ਜਿਹਾ ਧਿਆਨ ਦਿਆ ਜੇ ਆਪਾਂ ਪੜ ਰਹੇ ਸੀਗੇ ਕਿ ਕੋਈ ਵੀ ਚੀਜ਼ ਅਗਰ ਆਪਣੇ ਉਹ ਕੰਮ ਆ ਜਾਂਦੀ ਹੈ ਤਾਂ ਆਪਣਾ ਕੀ ਬਣ ਜਾਂਦੀ ਹੈ, ਰਿਸੋਰਸ। ਮੇਨ ਰਿਸੋਰਸ ਤਿੰਨ ਤਰ੍ਹਾਂ ਦੇ ਸੀਗੇ, ਵਾਟਰ, soil and land। ठीक है जी। ਜਿਹੜਾ ਵਾਟਰ ਵਾਲਾ ਰਿਸੋਰਸ ਹੈ ਇਹ ਆਪਾਂ ਆਲਰੇਡੀ ਪੜ ਚੁੱਕੇ ਹਾਂ। ਲੈਂਡ ਰਿਸੋਰਸ ਆਪਾਂ ਨਹੀਂ ਪੜਨਾ ਕਿਉਂਕਿ ਲੈਂਡ ਦਾ ਮਤਲਬ ਹੈ ਭਾਰਤ ਦੀ ਫਿਜ਼ੀਕਲ ਪ੍ਰੋਪਰਟੀ। ਫਿਜ਼ੀਕਲ ਪ੍ਰੋਪਰਟੀ ਮਤਲਬ ਇਹ ਵਾਲਾ ਸਾਰਾ ਟੌਪਿਕ ਆਪਾਂ ਇੰਡੀਅਨ ਜੀਓਗ੍ਰਾਫੀ 'ਚ ਡਿਸਕਸ ਕੀਤਾ ਹੋਇਆ। ਇਹਦੇ ਅੰਦਰ ਪਰਬਤ, ਪਠਾਰ ਤੇ ਮੈਦਾਨੀ ਹਿੱਸਾ ਕਵਰ ਹੋ ਜਾਂਦਾ ਹੈ ਸਾਰਾ, ਜੋ ਕਿ ਆਪਾਂ ਆਲਰੇਡੀ ਪੜ੍ਹ ਲਿਆ। ਤਾਂ ਆਪਾਂ ਇਹ ਸਾਰੀਆਂ ਚੀਜ਼ਾਂ ਪੜ੍ਹ ਚੁੱਕੇ ਹਾਂ। ਤਾਂ ਦੋ ਰਿਸੋਰਸਿਸ ਆਪਣੇ ਡਨ ਹੋ ਚੁੱਕੇ ਨੇ ਰਾਜੇ, ਵਾਟਰ ਐਂਡ ਲੈਂਡ। ਤਾਂ ਅੱਜ ਰਾਜੇ ਗੱਲ ਕਰਾਂਗੇ ਆਪਾਂ ਸੋਇਲ ਯਾਨੀ ਕਿ ਭਾਰਤ ਦੀਆਂ ਮਿੱਟੀਆਂ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ। ਸੋਇਲ, ਸਭ ਤੋਂ ਪਹਿਲਾਂ ਗੱਲ ਕਰੀਏ ਸੋਇਲ ਕਿਸ ਤਰ੍ਹਾਂ ਦਾ ਰਿਸੋਰਸ ਹੈ। ਤਾਂ ਬੜੀ ਇੰਪੋਰਟੈਂਟ ਗੱਲ ਯਾਦ ਰੱਖਣੀ ਹੈ ਕਿ ਸੋਇਲ ਇਜ਼ ਅ ਰੀਨਿਊਏਬਲ ਨੈਚੁਰਲ ਰਿਸੋਰਸ। ਮਤਲਬ ਇਹ ਰੀਨਿਊ ਹੁੰਦਾ ਹੈ ਜਾਂ ਰੀਨਿਊ ਕੀਤਾ ਜਾ ਸਕਦਾ ਹੈ। ਉਹ ਕਿਵੇਂ ਕੀਤਾ ਜਾਂਦਾ ਹੈ ਇਹ ਆਪਾਂ ਅੱਗੇ ਦੇਖਾਂਗੇ। ਸੈਕਿੰਡ, ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਡੈਫੀਨੇਸ਼ਨ ਆਫ ਸੋਇਲ, ਇਹਨੂੰ ਪੜ੍ਹਨੇ ਆਪਾਂ ਥੋੜਾ ਜਿਹਾ। ਦ ਲੇਅਰ ਆਫ ਗ੍ਰੇਨੀ ਸਬਸਟਾਂਸ ਕਵਰਿੰਗ ਸਰਫੇਸ ਆਫ ਅਰਥ ਕਾਲਡ ਸੋਇਲ। ਕਹਿੰਦਾ ਕਿ ਮਿੱਟੀ ਦੀਆਂ ਛੋਟੇ ਛੋਟੇ ਕਣ ਜਿਨ੍ਹਾਂ ਨੇ ਧਰਤੀ ਦੀ ਸਰਫੇਸ ਨੂੰ ਕਵਰ ਕੀਤਾ ਹੋਇਆ ਹੈ ਉਹਨਾਂ ਨੂੰ ਆਪਾਂ ਮਿੱਟੀ ਕਹਿ ਦਿੰਦੇ ਹਾਂ। ਦ ਲੇਅਰ ਆਫ ਗ੍ਰੇਨੀ ਸਬਸਟਾਂਸ ਮਤਲਬ ਛੋਟੇ ਛੋਟੇ ਕਣ ਕਵਰਿੰਗ ਸਰਫੇਸ ਆਫ ਅਰਥ ਇਜ਼ ਕਾਲਡ ਸੋਇਲ। ਤੀਸਰੇ ਪੁਆਇੰਟ ਦੀ ਗੱਲ ਕਰੀਏ, ਡਿਫਰੈਂਟ ਸੋਇਲ ਟਾਈਪ। ਕਹਿੰਦਾ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਮਿਲਦੀਆਂ ਨੇ, ਸੋਇਲ ਦੀਆਂ ਬਹੁਤ ਸਾਰੀਆਂ ਟਾਈਪਸ ਨੇ। ਇਹ ਕਿਹਦੇ 'ਤੇ ਡਿਪੈਂਡ ਕਰਦਾ ਹੈ ਵੀ ਇੰਨੀਆਂ ਸਾਰੀਆਂ ਟਾਈਪਸ ਕਿਉਂ ਨੇ, ਕਿਉਂ ਹੁੰਦੀਆਂ ਨੇ। ਤਾਂ ਪੜ੍ਹਦੇ ਹਾਂ। ਡਿਫਰੈਂਟ ਸੋਇਲ ਟਾਈਪ ਫਾਊਂਡ ਐਟ ਡਿਫਰੈਂਟ ਏਰੀਆਜ਼ ਡਿਪੈਂਡ ਅਪੋਨ ਦਾ ਲੈਂਡਫਾਰਮ ਫਾਊਂਡ ਐਟ ਦੈਟ ਏਰੀਆ। ਕਹਿੰਦਾ ਕਿ ਵੱਖਰੀ ਵੱਖਰੀ ਮਿੱਟੀ ਦੀਆਂ ਕਿਸਮਾਂ ਵੱਖਰੇ ਵੱਖਰੇ ਏਰੀਏ 'ਤੇ ਵੱਖਰੇ ਵੱਖਰੇ ਤਰ੍ਹਾਂ ਦੀ ਹੁੰਦੀਆਂ ਨੇ, ਜੋ ਕਿ ਡਿਪੈਂਡ ਕਰਦਾ ਹੈ ਉਸ ਜਗ੍ਹਾ ਦੇ ਲੈਂਡਫਾਰਮ 'ਤੇ। ਜੇਕਰ ਉਹ ਜਗ੍ਹਾ ਪਹਾੜੀ ਹੈ ਤਾਂ ਉੱਥੇ ਪਰਬਤੀ ਮਿੱਟੀ ਮਿਲੇਗੀ, ਜੇਕਰ ਉਹ ਮੈਦਾਨੀ ਹੈ ਤਾਂ ਉੱਥੇ ਜਲੋੜ ਮਿੱਟੀ ਮਿਲੇਗੀ, ਜੇਕਰ ਉਹ ਰਤੀਲਾ ਹੈ ਤਾਂ ਉੱਥੇ ਰਤੀਲੀ ਮਿੱਟੀ ਮਿਲੇਗੀ। ਤਾਂ ਉੱਥੋਂ ਦਾ ਲੈਂਡਫਾਰਮ ਡਿਸਾਈਡ ਕਰੇਗਾ ਕਿ ਉਸ ਜਗ੍ਹਾ ਦੀ ਮਿੱਟੀ ਕਿਵੇਂ ਦੀ ਹੁੰਦੀ ਹੈ। ਆਈ ਹੋਪ ਇਹ ਕਲੀਅਰ ਹੋਏਗਾ। ਚੌਥੀ ਚੀਜ਼, ਲੇਅਰਸ ਆਫ ਸੋਇਲ। ਮਿੱਟੀ ਦੀਆਂ ਜਾਂ ਮਿੱਟੀ 'ਚ ਕਿੰਨੀਆਂ ਪਰਤਾਂ ਮਿਲਦੀਆਂ ਨੇ, ਲੇਅਰਸ। ਤਾਂ ਵੇਖਿਆ ਜੀ ਰਾਜੇ, ਆਹ ਫੋਟੋ ਹੈ, ਫੋਟੋ ਦੇ ਨਾਲ ਸਭ ਤੋਂ ਪਹਿਲੀ ਪਰਤ ਹੈ ਟੌਪ ਸੋਇਲ, ਸਭ ਤੋਂ ਉੱਤੇ ਵਾਲੀ ਪਰਤ। ਸੈਕਿੰਡ ਹੈ ਸਬ ਸੋਇਲ, ਥਰਡ ਹੈ ਵੈਦਰਡ ਰੌਕ ਮਟੀਰੀਅਲ ਤੇ ਚੌਥਾ ਹੈ ਪੇਰੈਂਟ ਰੌਕ ਜਾਂ ਬੈਡ ਰੌਕ। ਤਾਂ ਇਹ ਚਾਰ ਪਰਤਾਂ ਨੂੰ ਮਿਲਾ ਕੇ ਕਿਸੇ ਵੀ ਮਿੱਟੀ ਦਾ ਜਨਮ ਹੁੰਦਾ ਹੈ। ਗੱਲ ਕਰਦੇ ਹਾਂ ਸਭ ਤੋਂ ਉੱਤੇ ਜਾਂ ਪਹਿਲੀ ਪਰਤ ਆਪਣੀ ਟੌਪ ਸੋਇਲ ਜਿਹੜੀ ਆਪਾਂ ਨੂੰ ਦਿਖਦੀ ਹੈ। ਇਹਦੇ ਵਿੱਚ ਕੀ ਕੀ ਮਿਲਦਾ ਹੈ? ਇਟ ਇਨਕਲੂਡਸ ਹਿਊਮਸ। ਹਿਊਮਸ ਮਤਲਬ ਨਮੀ, ਇੱਕ ਤਰ੍ਹਾਂ ਦੀ ਨਮੀ। ਵੈਜੀਟੇਸ਼ਨ ਯਾਨੀ ਕਿ ਵਨਸਪਤੀ ਵੀ ਹੁੰਦੀ ਹੈ ਇਹਦੇ ਅੰਦਰ। ਔਰਗੈਨਿਕ ਮਟੀਰੀਅਲ ਮਤਲਬ ਔਰਗੈਨਿਕ ਮਟੀਰੀਅਲ ਵੀ ਮਿਲਦਾ ਹੈ, ਮਿਨਰਲ ਵੀ ਮਿਲਦੇ ਨੇ ਵਿਚ ਸ਼ੋ ਦ ਫਰਟੀਲਿਟੀ ਆਫ ਸੋਇਲ। ਜੇਕਰ ਇੰਨਾ ਕੁਛ ਮਿਲੇਗਾ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਜਿਹੜੀ ਆ ਉਹ ਟੌਪ ਸੋਇਲ ਦੇ ਉੱਪਰ ਡਿਪੈਂਡ ਕਰੇਗੀ। ਤਾਂ ਉਪਜਾਊ ਸ਼ਕਤੀ ਜਾਂ ਉਪਜਾਊ ਸ਼ਮਤਾ ਕੌਣ ਦੱਸੇਗਾ? ਟੌਪ ਸੋਇਲ। ਕੀ ਕੀ ਮਿਲਦਾ ਹੈ? ਹਿਊਮਸ, ਵੈਜੀਟੇਸ਼ਨ, ਮਿਨਰਲ, ਔਰਗੈਨਿਕ ਮਟੀਰੀਅਲ। ਤਾਂ ਇਹ ਸੀਗੀ ਪਹਿਲੀ ਪਰਤ ਜਿਹਦੇ ਉੱਪਰ ਆਪਾਂ ਖੇਤੀ ਵਗੈਰਾ ਕਰਦੇ ਹਾਂ। ਦੂਸਰੀ ਹੈ ਸਬ ਸੋਇਲ। ਠੀਕ ਟੌਪ ਸੋਇਲ ਦੇ ਥੱਲੇ ਕਿਹੜੀ ਪਰਤ ਪਾਈ ਜਾਂਦੀ ਹੈ? ਸਬ ਸੋਇਲ।
ਇਟ ਇਨਕਲੂਡਸ ਸਿਲਟ ਐਂਡ ਕਲੇ, ਕਿ ਇਹਦੇ ਥੱਲੇ ਸਿਰਫ ਮਿੱਟੀ ਤੇ ਰੇਤਾ ਮਿਲਦਾ, ਯਾਨੀ ਕਿ ਰੇਤਾ, ਕੰਕਰ ਐਂਡ ਮਿੱਟੀ, ਜਿਹਨੂੰ ਬੋਲਦੇ ਆ ਸਿਲਟ ਐਂਡ ਕਲੇ। ਤੀਸਰੀ ਚੀਜ਼ ਵੈਦਰਡ ਰੌਕ ਮਟੀਰੀਅਲ। ਹੁਣ ਵੈਦਰਡ ਦਾ ਮਤਲਬ ਹੁੰਦਾ ਦੂਸਰੀ ਜਗ੍ਹਾ ਤੋਂ ਆਇਆ ਹੋਇਆ, ਤੇ ਰੌਕ ਮਟੀਰੀਅਲ ਦਾ ਮਤਲਬ ਹੁੰਦਾ ਚਟਾਨਾਂ ਦੀ ਪੋਰ। ਤਾਂ ਨਦੀਆਂ, ਪਾਣੀ, ਹਵਾ, ਇਹ ਸਾਰੇ ਤੱਤਵਾਂ ਨੇ ਕੀ ਕਰਦੇ ਨੇ, ਸਾਰੇ ਤੱਤਵ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮਟੀਰੀਅਲ ਬਹਾ ਕੇ ਲੈ ਕੇ ਜਾਂਦੇ ਨੇ, ਤੇ ਉਸ ਮਟੀਰੀਅਲ ਨੂੰ ਦੂਸਰੀ ਜਗ੍ਹਾ ਤੇ ਵਿਛਾ ਦਿੰਦੇ ਨੇ, ਡਿਪੋਜ਼ਿਟ ਕਰ ਦਿੰਦੇ ਨੇ। ਠੀਕ ਹੈ, ਇਸ ਤਰ੍ਹਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਇਆ ਹੋਇਆ ਜਿਹੜਾ ਮਟੀਰੀਅਲ ਹੈ ਉਹ ਇੱਕ ਜਗ੍ਹਾ ਜੰਮ ਜਾਂਦਾ ਹੈ, ਜਿਹਨੂੰ ਕਿਹਾ ਜਾਂਦਾ ਹੈ ਵੈਦਰਡ ਰੌਕ ਮਟੀਰੀਅਲ। ਤਾਂ ਮੈਂ ਇਹਦੇ ਸਾਈਡ ਤੇ ਲਿਖਤਾ ਕੇਮ ਫਰੋਮ ਅਦਰ ਏਰੀਆਜ਼। ਚੌਥੀ ਗੱਲ, ਪੇਰੈਂਟ ਰੌਕ ਜਾਂ ਬੈਡ ਰੌਕ। ਪੇਰੈਂਟ ਰੌਕ ਜਾਂ ਬੈਡ ਰੌਕ ਦੋਵੇਂ ਨਾਮ ਸੇਮ ਹੀ ਨੇ। ਸਭ ਤੋਂ ਥੱਲੜੀ ਪਰਤ ਆਹ ਵਾਲੀ ਰਾਜੇ, ਇਹਨੂੰ ਕਿਹਾ ਜਾਂਦਾ ਹੈ ਪੇਰੈਂਟ ਰੌਕ ਜਾਂ ਬੈਡ ਰੌਕ। ਹੁਣ ਇਹਨੂੰ ਥੋੜ੍ਹਾ ਧਿਆਨ ਨਾਲ ਦੇਖਿਆ ਜੇ, ਇਟ ਪ੍ਰੋਵਾਈਡਸ ਬੇਸ, ਇਹ ਆਧਾਰ ਪ੍ਰਦਾਨ ਕਰਦੀ ਹੈ। ਇਟ ਇਜ਼ ਅਨਵੈਦਰਡ, ਮਤਲਬ ਇਹ ਕਿਸੇ ਦੂਜੀ ਜਗ੍ਹਾ ਤੋਂ ਆਈ ਨਹੀਂ ਹੁੰਦੀ, ਇਹ ਲੋਕਲੀ ਉਸੇ ਜਗ੍ਹਾ ਦੀ ਹੀ ਮੈਂਬਰ ਹੁੰਦੀ ਹੈ। ਇਟ ਬਿਲੋਂਗਸ ਟੂ ਦ ਰੀਜਨ, ਮਤਲਬ ਇਹ ਉਸੇ ਜਗ੍ਹਾ ਦੀ ਮੈਂਬਰ ਹੈ ਜਿੱਥੋਂ ਤੋਂ ਜਿਹੜੇ ਰੀਜਨ ਦੀ ਇਹ ਗੱਲ ਹੋ ਰਹੀ ਹੈ। ਸਮਝ ਆਈ? ਜਿਵੇਂ ਮੈਂ ਪੰਜਾਬ ਦੀ ਗੱਲ ਕਰ ਰਿਹਾ, ਤਾਂ ਪੰਜਾਬ ਦਾ ਜਿਹੜਾ ਬੈਡ ਰੌਕ ਹੈ ਉਹ ਕਿਸੇ ਹੋਰ ਜਗ੍ਹਾ ਤੋਂ ਨਹੀਂ ਆਇਆ, ਪੰਜਾਬ ਦਾ ਬੇਸ ਹੈ ਉਹ। ਠੀਕ ਹੈ, ਬੈਡ ਰੌਕ ਦੇ ਉੱਪਰ ਦੂਸਰੀ ਜਗ੍ਹਾ ਤੋਂ ਲਿਆਇਆ ਗਿਆ ਮਟੀਰੀਅਲ ਵਿਛਿਆ, ਜਿਹਨੂੰ ਵੈਦਰਡ ਰੌਕ ਮਟੀਰੀਅਲ ਕਿਹਾ। ਫਿਰ ਉਹਦੇ ਉੱਤੇ ਸਿਲਟ ਤੇ ਕਲੇ ਦੀ ਪਰਤ ਚੜੀ, ਜਿਹਨੂੰ ਆਪਾਂ ਸਬ ਸੋਇਲ ਕਿਹਾ। ਉਹਦੇ ਉੱਪਰ ਹਿਊਮਸ, ਮਿਨਰਲ ਵਗੈਰਾ ਇਕੱਠੇ ਹੋ ਗਏ, ਉਹਨੂੰ ਆਪਾਂ ਟੌਪ ਸੋਇਲ ਕਹਿਤਾ। ਤਾਂ ਪੇਰੈਂਟ ਰੌਕ ਅਨਵੈਦਰਡ ਹੁੰਦੀ ਹੈ, ਮਤਲਬ ਕਿਸੇ ਦੂਸਰੀ ਜਗ੍ਹਾ ਤੋਂ ਨਹੀਂ ਆਈ ਹੁੰਦੀ। ਇਟ ਆਲਸੋ ਡਿਸਾਈਡ ਦ ਕਲਰ, ਟੈਕਸਚਰ, ਕੈਮੀਕਲ ਪ੍ਰੋਪਰਟੀ, ਮਿਨਰਲ ਐਂਡ ਪਰਮੇਬਿਲਿਟੀ ਆਫ ਸੋਇਲ, ਕਿ ਮਿੱਟੀ ਦੇ ਇਹ ਸਾਰੇ ਗੁਣ ਜੇ ਤੁਸੀਂ ਚੈੱਕ ਕਰਨੇ ਨੇ ਤਾਂ ਪੇਰੈਂਟ ਰੌਕ ਦੀ ਸਟੱਡੀ ਕਰ ਲਓ, ਤੁਹਾਨੂੰ ਉਸ ਜਗ੍ਹਾ ਦੀ ਮਿੱਟੀ ਦੇ ਸਾਰੇ ਗੁਣ ਪਤਾ ਲੱਗ ਜਾਣਗੇ। ਇਸ ਕਰਕੇ ਇਹਨੂੰ ਪੇਰੈਂਟ ਰੌਕ ਕਿਹਾ ਜਾਂਦਾ ਹੈ। ਹੁਣ ਆਪਣੇ ਪੇਰੈਂਟਸ ਦੇ ਗੁਣ ਆਪਣੇ 'ਚ ਹੁੰਦੇ ਨੇ, ਉਹੀ ਚੀਜ਼ ਹੈ ਕਿ ਮਿੱਟੀ ਦਾ ਜੇ ਤੁਸੀਂ ਕਲਰ ਵੇਖਣਾ ਹੈ, ਮਿੱਟੀ ਦਾ ਟੈਕਸਚਰ ਵੇਖਣਾ, ਟੈਕਸਚਰ ਮਤਲਬ ਮੋਟੀ ਹੈ, ਬਾਰੀਕ ਕਣ ਨੇ, ਮੋਟੇ ਕਣ ਨੇ, ਉਹ ਹੁੰਦਾ ਟੈਕਸਚਰ। ਕੈਮੀਕਲ ਪ੍ਰੋਪਰਟੀ ਦੇਖਣੀ ਹੈ, ਕਿਹੜੇ ਕਿਹੜੇ ਮਿਨਰਲ, ਕਿਹੜੇ ਕਿਹੜੇ ਕੈਮੀਕਲ ਚੀਜ਼ਾਂ ਪਾਈਆਂ ਗਈਆਂ ਨੇ, ਖਣਿਜ ਤੱਤਵ ਵੇਖਣੇ ਨੇ। ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਪੇਰੈਂਟ ਰੌਕ 'ਤੇ ਡਿਸਾਈਡ ਕਰਦੀਆਂ ਨੇ। ਅੱਗੇ ਜਾ ਕੇ ਹੋਰ ਸਮਝ ਆਏਗਾ। ਫਿਲਹਾਲ ਚਾਰ ਚੀਜ਼ਾਂ ਸਮਝ ਆਈਆਂ ਕਿ ਚਾਰ ਪਰਤਾਂ ਨੂੰ ਮਿਲਾ ਕੇ ਸੋਇਲ ਬਣਦੀ ਹੈ। ਟੌਪ ਸੋਇਲ ਉਪਜਾਊ ਸ਼ਕਤੀ ਨੂੰ ਵਿਖਾਉਂਦੀ ਹੈ, ਸਬ ਸੋਇਲ ਸਿਰਫ ਰੇਤਾ ਅਤੇ ਕੰਕਰੀਟ ਵਗੈਰਾ ਹੁੰਦਾ ਹੈ। ਵੈਦਰਡ ਰੌਕ ਦੂਸਰੇ ਏਰੀਏ ਤੋਂ ਆਉਂਦੀ ਹੈ, ਪੇਰੈਂਟ ਰੌਕ ਲੋਕਲੀ ਉਸੇ ਜਗ੍ਹਾ ਦੀ ਹੁੰਦੀ ਹੈ। ਇਹ ਮਿੱਟੀ ਦਾ ਕਲਰ, ਟੈਕਸਚਰ, ਕੈਮੀਕਲ ਪ੍ਰੋਪਰਟੀ ਤੇ ਮਿਨਰਲ ਬਾਰੇ ਜਾਣਕਾਰੀ ਦਿੰਦੀ ਹੈ। ਅੱਗੇ ਚੱਲਦੇ ਹਾਂ। ਨੈਕਸਟ ਚੀਜ਼ ਹੈ ਰਾਜੇ, ਫੈਕਟਰ ਵਿਚ ਇਫੈਕਟ ਦਾ ਸੋਇਲ ਐਂਡ ਇਟਸ ਫੋਰਮੇਸ਼ਨ ਪ੍ਰੋਸੈਸ, ਮਤਲਬ ਕਿਸੇ ਵੀ ਜਗ੍ਹਾ ਦੀ ਮਿੱਟੀ ਨੂੰ ਕਿਹੜੇ ਕਿਹੜੇ ਕਾਰਕ ਪ੍ਰਭਾਵਿਤ ਕਰਦੇ ਆ ਜਾਂ ਉਹਦੇ 'ਤੇ ਪ੍ਰਭਾਵ ਜਾਂ ਅਸਰ ਪਾਉਂਦੇ ਆ। ਪਹਿਲੀ ਚੀਜ਼ ਪੇਰੈਂਟ ਰੌਕ ਜਾਂ ਬੈਡ ਰੌਕ। ਹੁਣ ਇਹ ਤਾਂ ਬੜੀ ਕਾਮਨ ਚੀਜ਼ ਹੈ, ਸਭ ਤੋਂ ਲਾਸਟ ਪਰਤ ਸੀਗੀ। ਇਹ ਡਿਸਾਈਡ ਕਰੇਗੀ ਕਲਰ, ਟੈਕਸਚਰ, ਕੈਮੀਕਲ ਪ੍ਰੋਪਰਟੀ, ਮਿਨਰਲ ਐਂਡ ਪਰਮੇਬਿਲਿਟੀ ਆਫ ਸੋਇਲ, ਕਿ ਅਗਰ ਆਹ ਪੇਰੈਂਟ ਰੌਕ ਬਦਲ ਦਿੱਤੀ ਜਾਵੇ ਤਾਂ ਸਾਰੀ ਉਹਦੇ ਉੱਪਰ ਵਾਲੀ ਪਰਤਾਂ ਬਦਲ ਜਾਣਗੀਆਂ, ਸਾਰੀ ਦੀ ਸਾਰੀ ਮਿੱਟੀ ਬਦਲ ਜਾਏਗੀ। ਤਾਂ ਪੇਰੈਂਟ ਰੌਕ ਪ੍ਰਭਾਵਿਤ ਕਰਦਾ ਮਿੱਟੀ ਨੂੰ, ਜੇਕਰ ਇਹਦੇ 'ਚ ਕੁਝ ਬਦਲਾਵ ਲਿਆਵਾਂਗੇ ਤਾਂ ਸਾਰੀ ਮਿੱਟੀ 'ਚ ਬਦਲਾਵ ਆ ਜਾਏਗਾ। ਪ੍ਰਭਾਵਿਤ ਕਰਨ ਦਾ ਮਤਲਬ ਇਹ ਹੁੰਦਾ ਹੈ, ਠੀਕ ਹੈ, ਇੱਕ ਚੀਜ਼ ਨੂੰ ਬਦਲਣ ਤੇ ਦੂਸਰੀ ਚੀਜ਼ ਬਦਲ ਜਾਵੇ। ਕਲਾਈਮੇਟ ਦੀ ਗੱਲ ਕਰੀਏ, ਕਲਾਈਮੇਟ ਆਪਾਂ ਪੜ੍ਹਿਆ ਜਲਵਾਯੂ। ਅਗਰ ਕਿਸੇ ਜਗ੍ਹਾ ਦਾ ਟੈਂਪਰੇਚਰ ਬਦਲੀਏ, ਰੇਨਫੋਲ ਬਦਲ ਗਿਆ, ਠੀਕ ਹੈ, ਤਾਂ ਉਸ ਜਗ੍ਹਾ ਦੀ ਸਾਰੀ ਜਲਵਾਯੂ ਬਦਲ ਗਈ। ਜੇ ਜਲਵਾਯੂ ਬਦਲ ਗਈ ਤਾਂ ਉੱਥੋਂ ਮਿੱਟੀ ਬਦਲ ਗਈ। ਐਗਜ਼ਾਮਪਲ ਲੈਂਦੇ ਹਾਂ, ਮੈਂ ਕਹਿ ਰਿਹਾ ਕਿ ਕਿਸੇ ਜਗ੍ਹਾ 'ਤੇ ਟੈਂਪਰੇਚਰ ਬਹੁਤ ਠੰਡਾ ਹੈ ਅਤੇ ਬਹੁਤ ਮੀਂਹ ਪੈਂਦਾ ਹੈ, ਤਾਂ ਉੱਥੇ ਉਸ ਹਿਸਾਬ ਦੀ ਮਿੱਟੀ ਪੈਦਾ ਹੋਏਗੀ। ਮੈਂ ਕਹਿ ਰਿਹਾ ਕਿ ਇੱਕ ਜਗ੍ਹਾ 'ਤੇ ਬਿਲਕੁਲ ਮੀਂਹ ਨਹੀਂ ਪੈਂਦਾ ਅਤੇ ਉੱਥੇ ਸ਼ੁਸ਼ਕ ਮਿੱਟੀ ਪੈਦਾ ਹੋ ਜਾਏਗੀ। ਠੀਕ ਹੈ, ਤਾਂ ਕਲਾਈਮੇਟ ਆਪਣਾ ਸਾਰਾ ਜਲਵਾਯੂ ਜਿਹੜੀ ਆ ਉਹ ਕਿਤੇ ਨਾ ਕਿਤੇ ਮਿੱਟੀ ਬਣਨ ਦੀ ਪ੍ਰੋਸੈਸ ਨੂੰ ਪ੍ਰਭਾਵਿਤ ਕਰਦੀ ਹੈ। ਰਿਲੀਫ ਫੀਚਰ, ਰਿਲੀਫ ਕੀ ਹੁੰਦਾ ਰਾਜੇ?
ਰਿਲੀਫ ਹੁੰਦਾ ਹੈ ਜਿਹੜੀ ਵੱਖਰੀ ਵੱਖਰੀ ਸਥਲ ਆਕ੍ਰਿਤੀਆਂ ਦੇਖਣ ਨੂੰ ਮਿਲਦੀਆਂ ਨੇ। ਸਥਲ ਆਕ੍ਰਿਤੀਆਂ, ਹੁਣ ਸਥਲ ਆਕ੍ਰਿਤੀਆਂ ਮਤਲਬ ਆਪਣੀ ਧਰਤੀ ਤੇ ਕਿਸੇ ਜਗ੍ਹਾ ਤੇ ਪਰਬਤ ਹੈ, ਕਿਸੇ ਜਗ੍ਹਾ ਤੇ ਪਠਾਰ ਹੈ, ਮੈਦਾਨ ਹੈ, ਤਾਂ ਇਹ ਵੱਖਰੀ ਵੱਖਰੀ ਸਥਲ ਆਕ੍ਰਿਤੀਆਂ ਨੇ। ਇਹਨਾਂ ਨੂੰ ਕੰਬਾਈਨਡ ਅਗਰ ਇੱਕ ਵਰਡ ਦਿੱਤਾ ਜਾਵੇ ਤਾਂ ਉਹ ਵਰਡ ਹੈ ਰਿਲੀਫ। ਕਹਿੰਦਾ ਕਿ ਐਲਟੀਟਿਊਡ ਐਂਡ ਸੋਇਲ ਡਿਟਰਮਿਨਸ ਦਾ ਐਕਿਊਮੂਲੇਸ਼ਨ ਆਫ ਸੋਇਲ। ਕਹਿੰਦਾ ਕਿ ਕਿਸੇ ਜਗ੍ਹਾ ਦਾ ਰਿਲੀਫ ਫੀਚਰ ਵੀ ਉਸ ਜਗ੍ਹਾ ਦੀ ਮਿੱਟੀ ਬਾਰੇ ਆਪਾਂ ਨੂੰ ਨੌਲੇਜ ਦਿੰਦਾ ਹੈ। ਅਗਰ ਇਹ ਰਿਲੀਫ ਫੀਚਰ ਬਦਲਿਆ ਜਾਏਗਾ ਤਾਂ ਮਿੱਟੀ ਬਦਲ ਜਾਏਗੀ। ਐਗਜ਼ਾਮਪਲ ਦਿੰਦੇ ਆ, ਰਿਲੀਫ ਹੁੰਦਾ ਕੀ ਸੀਗਾ, ਪਰਬਤ, ਪਠਾਰ ਤੇ ਮੈਦਾਨ। ਹੁਣ ਮੈਂ ਇੱਕ ਐਗਜ਼ਾਮਪਲ ਲਈ ਇੱਕ ਪਰਬਤ, ਇੱਕ ਪਹਾੜੀ ਏਰੀਏ ਦੀ, ਹੁਣ ਇੱਥੇ ਜਿਹੜੀ ਮੈਂ ਇੱਥੇ ਚੈੱਕ ਕਰਾਂਗਾ ਵਾਲੇ ਪੁਆਇੰਟ ਤੇ, ਤਾਂ ਇੱਥੇ ਤਾਂ ਮਿੱਟੀ ਮਿਲੇਗੀ ਨਹੀਂ ਆਪਾਂ ਨੂੰ। ਇੱਥੇ ਚੈੱਕ ਕਰਾਂਗਾ ਤਾਂ ਇੱਥੇ ਮਿੱਟੀ ਮਿਲੇਗੀ। ਤਾਂ ਹੋ ਕੀ ਰਿਹਾ, ਐਸ ਢਲਾਨ ਕਰਕੇ ਆਹ ਮਿੱਟੀ ਇੱਥੇ ਨਹੀਂ ਰੁਕੀ ਤੇ ਮਿੱਟੀ ਪਹੁੰਚ ਕਿੱਥੇ ਗਈ, ਥੱਲੇ। ਤਾਂ ਮਤਲਬ ਕਿਸੇ ਵੀ ਜਗ੍ਹਾ ਦੀ ਮਿੱਟੀ ਅਗਰ ਤੁਸੀਂ ਦੇਖਣੀ ਹੈ ਜਾਂ ਮਿੱਟੀ ਦੀ ਵਿਸ਼ੇਸ਼ਤਾ ਦੇਖਣੀ ਹੈ ਤਾਂ ਉਹਦੇ ਰਿਲੀਫ ਫੀਚਰ ਤੁਹਾਨੂੰ ਪੜ੍ਹਨੇ ਪੈਣਗੇ ਕਿ ਉੱਥੇ ਪਰਬਤ ਤਾਂ ਨਹੀਂ ਹੈਗਾ। ਜੇ ਪਰਬਤ ਹੋਏਗਾ ਤਾਂ ਸਾਰੀ ਮਿੱਟੀ ਬਹਿ ਕੇ ਚਲੀ ਜਾਏਗੀ, ਉੱਥੇ ਕੋਈ ਚੀਜ਼ ਵਧੀਆ ਨਹੀਂ ਹੋਏਗੀ। ਠੀਕ ਹੈ, ਤਾਂ ਸੋਇਲ ਬਣਨ ਦੀ ਪ੍ਰਕਿਰਿਆ ਨੂੰ ਰਿਲੀਫ ਫੀਚਰ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੇ ਨੇ। ਨੈਕਸਟ, ਫਲੋਰਾ, ਫੋਨਾ ਐਂਡ ਮਾਈਕਰੋ ਆਰਗੈਨਿਜ਼ਮ। ਹੁਣ ਫਲੋਰਾ ਕੀ ਹੁੰਦਾ ਹੈ, ਯਾਦ ਰੱਖਿਆ ਜੇ, ਫਲੋਰਾ ਹੁੰਦਾ ਵਨਸਪਤੀ ਸਾਰੀ ਪ੍ਰਜਾਤੀ, ਕੋਈ ਮਰਜ਼ੀ ਪੇੜ ਪੌਦਾ, ਵਨਸਪਤੀ ਪਲਾਂਟਸ, ਤੇ ਫੋਨਾ ਹੁੰਦਾ ਐਨੀਮਲ ਪ੍ਰਜਾਤੀ ਯਾਨੀ ਕਿ ਜਾਨਵਰ ਸਾਰੇ ਸਾਰੇ। ਮਾਈਕਰੋ ਆਰਗੈਨਿਜ਼ਮ, ਮਾਈਕਰੋ ਆਰਗੈਨਿਜ਼ਮ ਰਾਜੇ ਹੁੰਦਾ ਸੂਖਸ਼ਮ ਜੀਵ। ਹੁਣ ਇਹ ਸਾਰੀ ਚੀਜ਼ਾਂ ਅਗਰ ਕਿਸੇ ਮਿੱਟੀ 'ਚ ਹੋਣਗੀਆਂ ਤਾਂ ਉਹ ਮਿੱਟੀ ਕੀ ਹੋਏਗੀ, ਬਹੁਤ ਉਪਜਾਊ ਹੋਏਗੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾ ਦੇਣਗੀਆਂ। ਜਿਵੇਂ ਕਿ ਸੂਖਸ਼ਮ ਜੀਵ ਜਿਹੜੇ ਨੇ ਉਹ ਮਿੱਟੀ 'ਚ ਕਿਸੇ ਵੀ ਡੈਡ ਬੋਡੀ ਨੂੰ ਮਿੱਟੀ 'ਚ ਬਦਲ ਦਿੰਦੇ ਨੇ, ਹੈ ਨਾ। ਕੋਈ ਜਾਨਵਰ ਮਰ ਗਿਆ, ਉਹਦੀ ਬੋਡੀ 'ਚ ਕੀੜੇ ਪੈ ਗਏ, ਸੂਖਸ਼ਮ ਜੀਵ ਪੈ ਗਏ, ਉਸ ਕੀੜਿਆਂ ਨੇ ਕੀ ਕੀਤਾ, ਉਸ ਲਾਸ਼ ਨੂੰ ਸੜਾ ਕੇ ਮਿੱਟੀ ਬਣਾਤੀ ਤੇ ਉਸ ਮਿੱਟੀ 'ਚ ਬਹੁਤ ਉਪਜਾਊ ਸ਼ਕਤੀ ਬਣ ਗਈ। ਅਗਰ ਕੋਈ ਵਨਸਪਤੀ ਕਿਸੇ ਜਗ੍ਹਾ ਤੇ ਬਹੁਤ ਜ਼ਿਆਦਾ ਹੈ ਤਾਂ ਵਨਸਪਤੀ ਦੇ ਪੱਤੇ ਡਿੱਗਣਗੇ, ਪੱਤੇ ਜ਼ਮੀਨ 'ਚ ਮਿਕਸਅਪ ਹੋ ਜਾਣਗੇ ਤੇ ਉੱਥੋਂ ਦੀ ਉਪਜਾਊ ਸ਼ਕਤੀ ਵਧਾ ਦੇਣਗੇ। ਤਾਂ ਉਹੀ ਗੱਲ ਲਿਖੀ ਕਿ presence of flora and fauna and microorganism influence the rate of formation of humus in soil। ਕਿ ਆਹ ਸਾਰੀਆਂ ਚੀਜ਼ਾਂ ਅਗਰ ਹੋਣਗੀਆਂ ਤਾਂ ਮਿੱਟੀ 'ਚ ਸਭ ਤੋਂ ਜ਼ਿਆਦਾ ਕਿੰਨੀ ਮਾਤਰਾ ਵਧੇਗੀ, ਹਿਊਮਸ ਦੀ। ਅਗਰ ਹਿਊਮਸ ਦੀ ਮਾਤਰਾ ਵਧੀ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਆਟੋਮੈਟਿਕਲੀ ਵਧ ਗਈ। ਪੰਜਵੀਂ ਚੀਜ਼, ਟਾਈਮ। ਇਟ ਡਿਸਾਈਡ ਦਾ ਥਿਕਨੈਸ ਆਫ ਸੋਇਲ, ਕਿ ਮਿੱਟੀ ਦੇ ਕਣ ਕਿੰਨੇ ਮੋਟੇ ਨੇ ਹੋਣੇ ਨੇ, ਕਿੰਨੇ ਬਾਰੀਕ ਹੋਣੇ ਨੇ, ਕੌਣ ਡਿਸਾਈਡ ਕਰੇਗਾ, ਟਾਈਮ। ਤਾਂ ਇਹ 5 ਫੈਕਟਰ ਅਜੇ ਯਾਦ ਰੱਖਿਆ ਜੇ ਜਿਹੜੇ ਕਿ ਪੂਰੇ ਮਿੱਟੀ ਬਣਨ ਦੇ ਜਾਂ ਮਿੱਟੀ ਨੂੰ ਪ੍ਰਭਾਵਿਤ ਕਰਦੇ ਨੇ। ਪੇਰੈਂਟ ਰੌਕ, ਜਲਵਾਯੂ, ਰਿਲੀਫ, ਫਲੋਰਾ ਫੋਨਾ ਐਂਡ ਮਾਈਕਰੋ ਆਰਗੈਨਿਜ਼ਮ ਐਂਡ ਟਾਈਮ। ਅੱਗੇ ਚੱਲਦੇ ਹਾਂ, ਕਲਾਸੀਫਿਕੇਸ਼ਨ ਆਫ ਸੋਇਲ। ਹੁਣ ਅਜੇ ਦੇਖਿਆ ਜੇ ਆਪਾਂ ਨੂੰ ਸੋਇਲ ਬਾਰੇ ਜਾਣਕਾਰੀ ਮਿਲ ਗਈ, ਸੋਇਲ ਦੀ ਡੈਫੀਨੇਸ਼ਨ ਪੜ੍ਹ ਲਈ, ਸੋਇਲ ਦਾ ਸਟਰਕਚਰ ਪੜ੍ਹ ਲਿਆ, ਮਤਲਬ ਕਿੰਨੀਆਂ ਪਰਤਾਂ ਨੂੰ ਮਿਲ ਕੇ ਬਣਿਆ। ਨੈਕਸਟ, ਸੋਇਲ ਨੂੰ ਪ੍ਰਭਾਵਿਤ ਕਰਨ ਵਾਲੇ ਫੈਕਟਰ ਪੜ੍ਹ ਲਏ। ਹੁਣ ਆਪਾਂ ਪੜਾਂਗੇ ਟਾਈਪਸ ਆਫ ਸੋਇਲ, ਮਿੱਟੀਆਂ ਦੇ ਪ੍ਰਕਾਰ ਜਾਂ ਮਿੱਟੀ ਦੀਆਂ ਕਿਸਮਾਂ। ਤਾਂ ਟੋਟਲ ਕੁੱਲ ਮਿਲਾ ਕੇ 6 ਤਰ੍ਹਾਂ ਦੀ ਮਿੱਟੀਆਂ ਹੁੰਦੀਆਂ ਨੇ। ਐਲੂਵੀਅਲ ਸੋਇਲ ਜਿਹਨੂੰ ਕਿਹਾ ਜਾਂਦਾ ਹੈ ਜਲੋੜ ਮਿੱਟੀ, ਬੜੀ ਉਪਯੋਗੀ ਮਿੱਟੀ ਹੈ। ਬਲੈਕ ਸੋਇਲ ਜਿਹਨੂੰ ਕਿਹਾ ਜਾਂਦਾ ਹੈ ਕਾਲੀ ਮਿੱਟੀ। ਰੈੱਡ ਤੇ ਯੈਲੋ ਸੋਇਲ ਨੂੰ ਰੈੱਡ ਐਂਡ ਯੈਲੋਈ ਸੋਇਲ ਕਿਹਾ ਜਾਂਦਾ ਹੈ। ਲੈਟਰਾਈਟ ਦਾ ਨੇਮ ਵੀ ਸੇਮ ਹੈ। ਐਰਿਡ ਨੂੰ ਕਿਹਾ ਜਾਂਦਾ ਹੈ ਸ਼ੁਸ਼ਕ ਮਿੱਟੀ, ਤੇ ਫੋਰੈਸਟ ਨੂੰ ਕਿਹਾ ਜਾਂਦਾ ਹੈ ਪਰਬਤੀ ਮਿੱਟੀ। ਠੀਕ ਹੈ ਜੀ, ਤਾਂ ਇਹ ਸਾਰੀਆਂ ਮਿੱਟੀਆਂ ਨੂੰ ਇੱਕ ਇੱਕ ਕਰਕੇ ਪੜ੍ਹਦੇ ਹਾਂ। ਸ਼ੁਰੂ ਕਰਦੇ ਹਾਂ ਐਲੂਵੀਅਲ ਸੋਇਲ। ਤਾਂ ਰਾਜੇ ਲਿਖਦੇ ਜਾਏ ਇੱਕ ਇੱਕ ਕਰਕੇ। ਐਲੂਵੀਅਲ ਸੋਇਲ ਦੀ ਗੱਲ ਕਰੀਏ ਤਾਂ ਐਲੂਵੀਅਲ ਸੋਇਲ ਨੂੰ ਆਪਾਂ ਭਾਰਤ ਦੇ ਮੈਦਾਨਾਂ 'ਚ ਪੜ੍ਹਿਆ ਸੀਗਾ।
ਕਿ ਭਾਰਤ ਦੇ ਮੈਦਾਨ ਜਿਹੜੇ ਨੇ ਉਹ ਨਦੀਆਂ ਨੇ ਬਣਾਏ ਨੇ, ਤੇ ਨਦੀਆਂ ਆਪਦੇ ਨਾਲ ਬਹਾ ਕੇ ਜਿਹੜੀ ਮਿੱਟੀ ਲੈ ਕੇ ਆਉਂਦੀਆਂ ਨੇ ਉਹਨੂੰ ਕੀ ਕਿਹਾ ਜਾਂਦਾ ਹੈ? ਜਲੋੜ ਮਿੱਟੀ। ਸਭ ਤੋਂ ਉਪਜਾਊ ਹੁੰਦੀ ਹੈ। ਹੁਣ ਇੱਕ ਇੱਕ ਚੀਜ਼ ਆਪਾਂ ਲਿਖਦੇ ਆਂ ਦੇ ਉੱਪਰ। ਸਭ ਤੋਂ ਪਹਿਲੀ ਚੀਜ਼ ਰਿਵਰਸ, यानी कि नदियां बहा के लाती हैं। दूसरी चीज मोस्ट फर्टाइल सॉइल। तीसरी चीज एलुवियल सॉइल दो टाइप्स की होंगी है, ये आप ऑलरेडी पढ़ चुके हैं। वो दो टाइप्स किहड़ियां ने? बांगर ते खादर। बांगर दे विच पुरानी मिट्टी पाई जाती है, पुरानी जलोड़ मिट्टी। ते खादर दे विच पाई जाती है नई जलोड़ मिट्टी। ठीक है। ਜਿਹੜੇ ਬਾਂਗਰ ਦੇ मैदान ਹੁੰਦੇ ਨੇ ਇਹਨਾਂ ਦੇ ਵਿੱਚ ਚੂਨੇ ਦੀ ਮਾਤਰਾ ਜਾਂ ਲਾਈਮਸਟੋਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਤੇ ਲਾਈਮਸਟੋਨ ਨੂੰ ਕਿਹਾ ਜਾਂਦਾ ਹੈ ਕੰਕਰ, KANKAR, ਕੰਕਰ ਨਡਿਊਲਸ। ਤਾਂ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੈ ਕਿ ਬਾਂਗਰ ਦੇ ਮੈਦਾਨ ਜਿਹੜੇ ਨੇ ਉਹਨਾਂ 'ਚ ਕੀ ਪਾਏ ਜਾਂਦੇ ਨੇ? ਕੰਕਰ ਨੋਡਿਊਲਸ। ਨੋਡਿਊਲਸ ਦਾ ਮਤਲਬ ਹੁੰਦਾ ਹੈ ਗਾਂਠਾਂ, ਛੋਟੇ ਛੋਟੇ ਗਾਂਠ। ਠੀਕ ਹੈ, ਗਾਂਠ। ਤਾਂ ਛੋਟੇ ਛੋਟੇ ਗੋਲਿਆਂ ਦੇ ਰੂਪ 'ਚ ਲਾਈਮਸਟੋਨ ਬਾਂਗਰ ਦੇ ਮੈਦਾਨਾਂ 'ਚ ਪਾਇਆ ਜਾਂਦਾ ਹੈ। ਤਾਂ ਇਸ ਕਰਕੇ ਬਾਂਗਰ ਦੇ ਮੈਦਾਨਾਂ ਨੂੰ ਰਾਜੇ ਕੀ ਕਿਹਾ ਜਾਂਦਾ ਹੈ? ਇੱਕ ਹੋਰ ਨਾਮ ਤੋਂ ਜਾਣਿਆ ਜਾਂਦਾ ਹੈ, ਕੰਕਰ ਪਲੇਨਸ। ਕਲੀਅਰ? ਖਾਦਰ ਦੀ ਗੱਲ ਕਰੀਏ ਤਾਂ ਖਾਦਰ ਦੇ ਮੈਦਾਨ ਜ਼ਿਆਦਾਤਰ ਨਦੀਆਂ ਦੇ ਕਿਨਾਰੇ ਕਿਨਾਰੇ ਪਾਏ ਜਾਂਦੇ ਨੇ। ਨदियों के बैंक, बैंक मतलब ਹੁੰਦਾ ਕਿਨਾਰਾ, ਤੇ ਪਾਏ ਜਾਂਦੇ ਨੇ। ਇੱਥੇ ਸਭ ਤੋਂ ਜ਼ਿਆਦਾ ਬਾੜ ਆਉਣ ਦੇ ਕਾਰਨ ਹੁੰਦੇ ਨੇ, यानी कि बहुत ज़्यादा फ्लड आते हैं इस एरिया ते। इस करके खादर दे मैदानों नूं फ्लड प्लेन्स भी कहा जाता है। ठीक है जी, ये सारा कुछ वैसे आप प्लेन्स ऑफ इंडिया च पढ़िया है। चौथी गल करिए, अगर वो पूछे कि पंजाब दे अंदर केड़ी मिट्टी पाई जाती है, तो पंजाब दे अंदर भी केड़ी मिट्टी पाई जाती है? जलोड़ मिट्टी। ठीक है, बांगर भी पाई जाती है, खादर भी पाई जाती है। पंजाब च 5 दरिया निकलते हैं, दरियावां दे कंढे कंढे खादर पाया जाएगा, उस तो इलावा बांगर पाया जाएगा। अगर पूरे इंडिया की गल करिए, केड़ा केड़ा रीजन है? ठीक है जी, केड़े केड़े राज्यां 'ਚ मिट्टी पाई जाती है? स्टेट्स कवर। तो सब तो पहला तो अपना ही आ गया पंजाब, नेक्स्ट हरियाणा, नेक्स्ट बिहार, वेस्ट बंगाल, असम, बिहार, वेस्ट बंगाल, असम, राजस्थान एंड गुजरात। कुछ हिस्सा राजस्थान का, इत्थे गोला लगा रहे ताकि स्मॉल पार्ट तुसी लिखो कॉपी ते गुजरात। ये सारी जलोड़ मिट्टी इत्थे इत्थे पाई जाती। 6वें पॉइंट की गल करिए तो जलोड़ मिट्टी के अंदर पोटाश, फॉस्फेरिक एसिड ते लाइम पाया जाता है। केड़े केड़े कैमिकल चीज़ां पाई जांदियां ने? कैमिकल प्रॉपर्टीज, पोटाश,
ਫੋਸਫੈਰਿਕ ਐਸਿਡ ਤੇ ਲਾਈਮ, ਚੂਨਾ, ਇਹ ਤਿੰਨ ਚੀਜ਼ਾਂ ਪਾਈਆਂ ਜਾਂਦੀਆਂ। ਸੱਤਵੀਂ ਚੀਜ਼, ਕੀ ਗਰੋ ਕੀਤਾ ਜਾ ਸਕਦਾ ਹੈ ਇਸ ਮਿੱਟੀ 'ਚ, ਕੀ ਉਗਾਇਆ ਜਾ ਸਕਦਾ। ਤਾਂ ਐਵਰੀਥਿੰਗ, ਜਿਹੜੀ ਮਰਜ਼ੀ ਫਸਲ ਦਾ ਨਾਮ ਲਿਖੋ ਇੱਥੇ ਉਗਾਈ ਜਾ ਸਕਦੀ ਹੈ, ਐਵਰੀਥਿੰਗ। ਤੇ ਅੱਠਵੀਂ ਤੇ ਲਾਸਟ ਗੱਲ, ਅਗਰ ਕੁਐਸਚਨ ਪੁੱਛਿਆ ਜਾਏ ਸਭ ਤੋਂ ਉਪਜਾਊ ਮਿੱਟੀ ਤਾਂ ਜਲੋੜ੍ਹ ਮਿੱਟੀ ਹੈ, ਹਾਈਲੀ ਫਰਟਾਈਲ ਸੋਇਲ। ਤਾਂ ਰਾਜੇ ਇਹ ਸੀਗੀ ਸਾਰੀ ਦੀ ਸਾਰੀ ਜਲੋੜ੍ਹ ਮਿੱਟੀ। ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਏਗਾ। ਅੱਗੇ ਚੱਲਦੇ ਹਾਂ ਬਲੈਕ ਸੋਇਲ, ਕਾਲੀ ਮਿੱਟੀ ਤੇ। ਕਾਲੀ ਮਿੱਟੀ ਮੈਂ ਲਿਖ ਦੇਣਾ ਪੰਜਾਬੀ 'ਚ ਇੱਥੇ, ਕਾਲੀ ਮਿੱਟੀ। ਪਹਿਲੀ ਚੀਜ਼, ਬੜਾ ਇੰਪੋਰਟੈਂਟ ਕੁਐਸਚਨ, ਇਸ ਮਿੱਟੀ ਦਾ ਇੱਕ ਮੇਨ ਅਦਰ ਨੇਮ ਹੈ, ਉਹ ਅਦਰ ਨੇਮ ਹੈ ਰੈਗੁਰ ਸੋਇਲ, ਰੈਗੁਰ ਮਿੱਟੀ। ਬੜਾ ਹੀ ਇੰਪੋਰਟੈਂਟ ਕੁਐਸਚਨ ਕਿ ਰੈਗੁਰ ਮਿੱਟੀ ਕਿਹਨੂੰ ਕਿਹਾ ਜਾਂਦਾ ਹੈ, REGUR, ਤਾਂ ਕਾਲੀ ਮਿੱਟੀ ਨੂੰ ਹੀ। ਦੂਸਰੀ ਗੱਲ, ਇਸ ਮਿੱਟੀ ਦਾ ਕਲਰ ਬਲੈਕ ਹੈ, ਇਸ ਕਰਕੇ ਇਹਨੂੰ ਕੀ ਕਿਹਾ ਗਿਆ, ਬਲੈਕ ਸੋਇਲ। ਤੀਸਰੀ ਗੱਲ, ਇਸ ਮਿੱਟੀ 'ਚ ਕੋਟਨ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੁੰਦਾ, ਕੋਟਨ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਮਾਤਰਾ 'ਚ ਹੁੰਦਾ ਹੈ, ਇਸ ਕਰਕੇ ਇਹਨੂੰ ਕੋਟਨ ਸੋਇਲ ਵੀ ਕਿਹਾ ਜਾਂਦਾ ਹੈ, ਕੋਟਨ ਸੋਇਲ। ਠੀਕ ਹੈ ਜੀ। ਤਾਂ ਆਹ ਤਿੰਨ ਬਣਾ ਦਿੰਦੇ ਨੇ ਇੰਪੋਰਟੈਂਟ ਕੁਐਸਚਨ, ਯਾਨੀ ਕਿ ਅਦਰ ਨੇਮ ਨੇ ਸਾਰੇ ਦੇ ਸਾਰੇ ਅਦਰ ਨੇਮ। ਚੌਥੀ ਗੱਲ ਕਰੀਏ, ਚੌਥੀ ਗੱਲ ਕਿ ਇਸ ਮਿੱਟੀ ਦੇ ਵਿੱਚ ਕੀ ਪਾਇਆ ਜਾਂਦਾ ਹੈ, ਕੈਮੀਕਲ ਪ੍ਰੋਪਰਟੀ, ਤਾਂ ਇਸ ਮਿੱਟੀ 'ਚ ਕੈਲਸ਼ੀਅਮ ਕਾਰਬੋਨੇਟ, ਮੈਗਨੀਸ਼ੀਅਮ, Mg ਲਿਖ ਰਿਹਾ, ਮੈਗਨੀਸ਼ੀਅਮ, ਪੋਟਾਸ਼ ਤੇ ਲਾਈਮ। ਯਾਦ ਕੀ ਰੱਖਣਾ ਹੈ ਕਿ ਇਸ ਮਿੱਟੀ ਦੇ ਅੰਦਰ ਫੋਸਫੈਰਿਕ ਕੰਟੈਂਟ ਨਹੀਂ ਮਿਲਦਾ, ਫੋਸਫੈਰਿਕ कंटेंट नहीं मिलता, ये गल याद रखनी है। पंजवीं चीज, हुण इस मिट्टी दी वाटर होल्डिंग कैपेसिटी बहुत ज़्यादा होंदी है, पानी नू होल्ड करन दी कैपेसिटी, सॉरी एक मिनट, वाटर होल्डिंग कैपेसिटी सब तो ज़्यादा होंदी है। मतलब ਤੁਸੀਂ ਦੇਸੀ ਭਾਸ਼ਾ 'ਚ ਗੱਲ ਕਰੀਏ ਤਾਂ ਖੇਤਾਂ 'ਚ ਤੁਸੀਂ ਜਾਂਦੇ ਹੋ, ਕਈ ਵਾਰੀ ਐਵੇਂ ਹੁੰਦਾ ਕਿ ਖੇਤਾਂ 'ਚ ਬਹੁਤ ਜ਼ਿਆਦਾ ਪਾਣੀ ਲੱਗਿਆ ਹੋਵੇ ਤਾਂ ਉਹਨਾਂ ਖੇਤਾਂ 'ਚ ਜਦੋਂ ਆਪਾਂ ਪੈਰੋਂ ਨੰਗੇ ਜਾਂ ਚੱਪਲਾਂ ਸਮੇਤ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਰ ਨਹੀਂ ਪਾਉਂਦੇ, ਕਿਉਂਕਿ ਪੈਰ ਅੰਦਰ ਧੱਸ ਜਾਂਦੇ ਨੇ। ਆਪਾਂ ਜੋ ਵੀ ਵੇਅਰ ਕੀਤਾ ਹੋਇਆ, ਚਾਹੇ ਸਲੀਪਰਸ ਨੇ ਚਾਹੇ ਸ਼ੂਜ਼ ਨੇ, ਉਹ ਅੰਦਰ ਧੱਸ ਜਾਂਦੇ ਨੇ। ਤਾਂ ਉਹੀਓ ਚੀਜ਼ ਕਾਲੀ ਮਿੱਟੀ ਨਾਲ ਹੁੰਦੀ ਹੈ ਕਿ ਕਾਲੀ ਮਿੱਟੀ ਪਾਣੀ ਦੀ ਬਹੁਤ ਜ਼ਿਆਦਾ ਕਪੈਸਿਟੀ ਨੂੰ ਹੋਲਡ ਕਰ ਲੈਂਦੀ ਹੈ ਕਿ ਠੀਕ ਹੈ। ਜਦੋਂ ਇਹ ਸੁੱਕੀ ਹੋਏਗੀ, ਜਦੋਂ ਇਹ ਮਿੱਟੀ ਸੁੱਕੀ ਹੋਏਗੀ, ਬਿਲਕੁਲ ਪਾਣੀ ਨਹੀਂ ਲੱਗਿਆ ਹੋਏਗਾ,
ਤਾਂ ਇਹਦੇ 'ਚ ਦਰਾਰਾਂ ਆ ਜਾਣਗੀਆਂ, ਬਿਲਕੁਲ ਬੰਜਰ ਦਿਖੇਗੀ। ਜਦੋਂ ਇਹ ਗਿੱਲੀ ਹੋਏਗੀ ਜਾਂ ਵੈਟ ਹੋਏਗੀ ਤਾਂ ਬਿਲਕੁਲ ਕਲੇ, ਚੀਕਨੀ ਮਿੱਟੀ ਤਰ੍ਹਾਂ ਬਿਹੇਵ ਕਰੇਗੀ। ਠੀਕ ਹੈ, ਇਹ ਸੀਗਾ ਇਹਦਾ ਬਿਹੇਵੀਅਰ। 6ਵੀਂ ਚੀਜ਼, ਕਿੱਥੇ ਕਿੱਥੇ ਪਾਈ ਜਾਂਦੀ ਹੈ? ਸਟੇਟ ਕਵਰ। ਸਟੇਟ ਕਵਰ ਦੀ ਗੱਲ ਕਰੀਏ ਤਾਂ ਪੂਰਾ ਡੈਕਨ ਪਲੇਟਿਊ, ਇਹ ਕਰਾਇਆ ਹੋਇਆ ਤੁਹਾਨੂੰ ਮੈਂ, ਡੈਕਨ ਦਾ ਪਠਾਰ। ਸਟੇਟ ਦੀ ਗੱਲ ਕਰੀਏ, ਮਹਾਰਾਸ਼ਟਰਾ, MP, ਛੱਤੀਸਗੜ੍ਹ, ਇਹ ਸਾਰੀਆਂ ਸਟੇਟਸ। ਨੈਕਸਟ, ਕੀ ਗਰੋ ਕੀਤਾ ਜਾ ਸਕਦਾ ਹੈ? ਆਲਮੋਸਟ ਸਭ ਕੁਝ। ਸਭ ਕੁਝ ਦਾ ਮਤਲਬ ਮਿੱਟੀ ਦੇ ਅੰਦਰ ਕੁਛ ਆਪਾਂ ਕੀ ਬੋਲਦੇ ਆ, ਖਾਦ ਵਗੈਰਾ ਪਾ ਕੇ ਆਪਾਂ ਇਹਨੂੰ ਸਭ ਕੁਝ ਉਗਾ ਸਕਦੇ ਹਾਂ। ਬਟ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਹੈ ਉਹ ਹੈ ਕੋਟਨ, ਕਪਾਸ ਦੀ ਖੇਤੀ ਸਭ ਤੋਂ ਜ਼ਿਆਦਾ ਹੁੰਦੀ ਹੈ ਇਹਦੇ ਅੰਦਰ। ਠੀਕ ਹੈ ਜੀ, ਅੱਗੇ ਵਧਦੇ ਹਾਂ। ਰੈਡ ਐਂਡ ਯੈਲੋ ਸੋਇਲ। ਰੈਡ ਐਂਡ ਯੈਲੋ ਸੋਇਲ ਦਾ ਨਾਮ ਹੀ ਆਪਾਂ ਨੂੰ ਕਲੀਅਰ ਕਰ ਰਿਹਾ ਕਿ ਇਸ ਮਿੱਟੀ ਦੇ ਦੋ ਨਾਮ ਨੇ, ਰੈਡ ਐਂਡ ਯੈਲੋ। ਵੱਖਰੀ ਵੱਖਰੀ ਕੰਡੀਸ਼ਨ ਦੇ ਨਾਮ ਚੇਂਜ ਹੋ ਜਾਏਗਾ ਇਹਦਾ। ਸ਼ੁਰੂ ਕਰਦੇ ਹਾਂ। ਪਹਿਲੀ ਚੀਜ਼, ਇਹ ਮਿੱਟੀ ਉੱਥੇ ਪਾਈ ਜਾਂਦੀ ਹੈ ਜਿੱਥੇ ਰੇਨਫੋਲ ਘੱਟ ਹੁੰਦਾ। ਰੇਨਫੋਲ ਲੋ ਹੋਏਗਾ ਉੱਥੇ ਮਿੱਟੀ ਪਾਈ ਜਾਏਗੀ। ਦੂਸਰੀ ਗੱਲ, ਇਸ ਮਿੱਟੀ 'ਚ ਆਇਰਨ ਕੰਟੈਂਟ ਸਭ ਤੋਂ ਜ਼ਿਆਦਾ ਹੁੰਦਾ। आयरन कंटेंट सबसे ज़्यादा, इस करके इन्हू रैड सोइल कहा गया। दो नाम ने ना, रैड सोइल ते येलो सोइल। रैड सोइल तां क्या गया, क्यों तां क्या गया क्योंकि इहदे च आयरन ज़्यादा सीगा। थर्ड चीज़, येलो। येलो ये है कि जदों ये मिट्टी हाइड्रेटिड होंदी है, हाइड्रेटिड सोइल। हाइड्रेटिड सोइल का मतलब जदों ये मिट्टी गिल्ली होंदी है या वैट होंदी है, उदों इहदा जिहड़ा कलर है वो येलो दिखदा है। ते जदों ये डीहाइड्रेटिड होंदी है, डीहाइड्रेटिड सोइल मतलब जदों ये बिल्कुल ड्राई है, तो इस मिट्टी का कलर जिहड़ा है वो रैड दिखदा है। तो ये सीगा इन्हां दे कलर कॉम्बीनेशन। ठीक है, वैसे इनू रैड सोइल तां कहा जाता है क्योंकि आयरन ज़्यादा है, पर इनू कई जगह ते रैड या येलो दो वखरे वखरे नामों तो जनरली बुला देने। उनका कारण की है कि जदों ये गिल्ली है तो उदों येलो दिखती है, जदों ये सुखी है तो उदों रैड दिखती है। अगे चलते हैं। चौथी चीज़ तो बड़ी इंपॉर्टेंट चीज़, रैड एंड येलो मैं इंपॉर्टेंट लिख रहा कि ग्रो किया जाता है अंदर। तो याद रखिए जी, प्लांटेशन क्रॉप, सिर्फ प्लांटेशन क्रॉप्स उगाई जांदियां ने। ये मैं दस चुकिया जो आप एग्रीकल्चर पढ़िया। ठीक है, इहदे च आएगा टी, कॉफी ते रबड़। टी, कॉफी एंड रबर। चलो नेक्स्ट चल जाए, किथे किथे मिलती है स्टेट कवर। सब पहला उड़ीसा, छत्तीसगढ़ CH लिख रहा, वेस्टर्न घाट द ईस्ट पोर्शन,
ਇੱਥੇ ਮਿਲਦੀ ਹੈ ਜੀ। ਤਾਂ ਰੈੱਡ ਐਂਡ ਯੈਲੋ ਸੋਇਲ ਆਈ ਹੋਪ ਸਮਝ ਆ ਗਿਆ ਹੋਏਗਾ। ਅੱਗੇ ਚੱਲਦੇ ਹਾਂ, ਲੈਟਰਾਈਟ ਸੋਇਲ। ਹੁਣ ਲੈਟਰਾਈਟ ਸੋਇਲ ਸਮਝਿਆ ਜੀ ਕੀ ਹੈ। ਹੁਣ ਜਿਹੜਾ ਲੈਟਰਾਈਟ ਸ਼ਬਦ, ਆਹ ਵਾਲਾ ਸ਼ਬਦ ਹੈ, ਪਹਿਲੀ ਚੀਜ਼ ਜਾਂ ਫਸਟ ਪੁਆਇੰਟ ਹੀ ਬਣਾ ਲਓ ਇਹਨੂੰ। ਲੈਟਰਾਈਟ ਵਰਡ ਜਿਹੜਾ ਹੈ ਉਹ ਵਰਡ ਡਰਾਈਵ ਹੋਇਆ ਇੱਕ ਲਤੀਨੀ ਭਾਸ਼ਾ ਦੇ ਸ਼ਬਦ ਤੋਂ ਜਾਂ ਇੱਕ ਲੈਟਿਨ ਸ਼ਬਦ ਤੋਂ, ਲੇਟਰ LATER। ਲੈਟਰਾਈਟ ਸ਼ਬਦ ਡਰਾਈਵ ਹੋਇਆ ਹੈ ਲਤੀਨੀ ਸ਼ਬਦ ਤੋਂ, ਲਤੀਨੀ ਸ਼ਬਦ ਹੈ ਲੇਟਰ, ਜਿਹਦਾ ਮਤਲਬ ਹੀ ਹੁੰਦਾ ਹੈ ਲਤੀਨੀ ਭਾਸ਼ਾ 'ਚ ਲੇਟਰ ਕਿਹਨੂੰ ਕਿਹਾ ਜਾਂਦਾ ਹੈ, ਇੱਟਾਂ ਨੂੰ, ਯਾਨੀ ਕਿ ਬ੍ਰਿਕ ਨੂੰ। ਠੀਕ ਹੈ ਜੀ। ਦੂਸਰੀ ਚੀਜ਼ ਇੰਪੋਰਟੈਂਟ, ਕਿੱਥੇ ਮਿਲਦੀ ਹੈ, ਸਟੇਟ ਨਹੀਂ ਦੱਸ ਰਿਹਾ ਮੈਂ, ਦੱਸਦਾ ਰੀਜਨ। ਇੱਕ ਤਾਂ ਉਸ ਜਗ੍ਹਾ ਦਾ ਜਿਹੜਾ ਟੈਂਪਰੇਚਰ ਹੈ ਉਹ ਬਹੁਤ ਜ਼ਿਆਦਾ ਹਾਈ ਹੋਣਾ ਚਾਹੀਦਾ, ਮਤਲਬ ਇੱਕ ਤਰ੍ਹਾਂ ਦਾ ਰਾਜਸਥਾਨ ਵਾਲਾ, ਮਤਲਬ ਜਿਵੇਂ ਰਾਜਸਥਾਨ ਵਾਲਾ ਟੈਂਪਰੇਚਰ ਹੁੰਦਾ, ਪਲੱਸ ਉੱਥੇ ਰੇਨਫੋਲ ਵੀ ਜ਼ਿਆਦਾ ਹੋਣਾ ਚਾਹੀਦਾ, ਰੇਨਫੋਲ ਵੀ ਜ਼ਿਆਦਾ ਹੋਣਾ ਚਾਹੀਦਾ। ਮਤਲਬ ਦੋ ਕੰਡੀਸ਼ਨਾਂ, ਟੈਂਪਰੇਚਰ ਵੀ ਜ਼ਿਆਦਾ ਹੋਵੇ ਅਤੇ ਰੇਨਫੋਲ ਵੀ ਜ਼ਿਆਦਾ ਹੋਵੇ। ਹੁਣ ਇਹ ਕੰਡੀਸ਼ਨ ਕਿੱਥੇ ਹੋਏਗੀ, ਤਾਂ ਆਪਾਂ ਨੂੰ ਪਤਾ ਸਭ ਤੋਂ ਜ਼ਿਆਦਾ ਰੇਨਫੋਲ ਆਪਣੇ ਇੰਡੀਆ 'ਚ ਹੁੰਦੀ ਕਿੱਥੇ ਹੈ, ਤਾਂ ਮੇਘਾਲਿਆ ਵਾਲਾ ਸਟੇਟ ਹੈ ਨਾ, ਸਭ ਤੋਂ ਜ਼ਿਆਦਾ ਮੇਘਾਲਿਆ 'ਚ ਹੀ ਮੀਂਹ ਪੈਂਦਾ, ਤਾਂ ਉਹ ਵਾਲਾ ਰੀਜਨ ਹੋਏਗਾ, ਉਹ ਅੱਗੇ ਦੇਖਦੇ ਹਾਂ। ਤੀਸਰਾ, ਹੁਣ ਸਟੇਟ ਕਵਰ, ਸਟੇਟ ਕਵਰ ਦੀ ਗੱਲ ਕਰੀਏ ਤਾਂ ਇੱਕ ਤਾਂ ਵੈਸਟਰਨ ਘਾਟ 'ਤੇ ਸਭ ਤੋਂ ਜ਼ਿਆਦਾ ਮੀਂਹ ਪੈ ਜਾਂਦਾ, ਤੁਹਾਨੂੰ ਯਾਦ ਹੋਏਗਾ ਜਦੋਂ ਆਪਾਂ ਮੌਨਸੂਨ ਪੜ੍ਹਿਆ, ਅਤੇ ਦੂਸਰਾ ਸਭ ਤੋਂ ਜ਼ਿਆਦਾ ਮੀਂਹ ਪੈਂਦਾ ਮੇਘਾਲਿਆ 'ਚ। ਤਾਂ ਇਸ ਰੀਜਨ 'ਚ ਜਿਹੜੀ ਮਿੱਟੀ ਪਾਈ ਜਾਂਦੀ ਉਹ ਲੈਟਰਾਈਟ ਸੋਇਲ ਹੁੰਦੀ ਹੈ। ਠੀਕ ਹੈ, ਚਲੋ ਚੌਥੀ ਚੀਜ਼, ਇਸ ਮਿੱਟੀ ਦੇ ਅੰਦਰ ਹਿਊਮਸ ਦੀ ਮਾਤਰਾ ਬਿਲਕੁਲ ਨਹੀਂ ਹੁੰਦੀ, ਹਿਊਮਸ ਨਹੀਂ ਹੁੰਦਾ, ਕੋਈ ਮਿਨਰਲ ਨਹੀਂ ਮਿਲਦਾ, ਕੋਈ ਨਿਊਟ੍ਰੀਐਂਟ ਨਹੀਂ ਮਿਲਦਾ। ਠੀਕ ਹੈ, ਕੁਛ ਨਹੀਂ ਮਿਲਦਾ, ਬਹੁਤ ਬੇਕਾਰ ਮਿੱਟੀ ਹੋ ਗਈ ਫਿਰ ਤਾਂ, ਇਹਦਾ ਮਤਲਬ ਤਾਂ ਹੈ ਨਾ। ਹੁਣ ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਮਿਲਦੀਆਂ, ਉਹਦਾ ਕਾਰਨ ਦੱਸ ਰਿਹਾ। ਆਪਾਂ ਪੜ੍ਹਿਆ ਸੀਗਾ ਕਿ ਰੇਨਫੋਲ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਜਿਸ ਰੀਜਨ 'ਚ ਹੋਏਗਾ ਉੱਥੇ ਲੈਟਰਾਈਟ ਸੋਇਲ ਮਿਲੇਗੀ। ਹੁਣ ਕਿਸੇ ਇੱਕ ਐਗਜ਼ਾਮਪਲ ਲੈ ਕੇ ਚੱਲਿਆ ਜੇ, ਕਿਸੇ ਏਰੀਏ 'ਚ ਤੁਸੀਂ ਬਾਲਟੀ ਲੈ ਕੇ ਪਾਣੀ ਪਾਈ ਜਾ ਰਹੇ ਹੋ, ਹਰ ਰੋਜ਼ 2 ਬਾਲਟੀਆਂ ਪਾਣੀ ਪਾਈ ਜਾ ਰਹੇ ਹੋ, ਤਾਂ ਉਹ ਜ਼ਮੀਨ ਜਾਂ ਉਸ ਮਿੱਟੀ ਦੇ ਉੱਪਰ ਜਿੰਨੇ ਵੀ ਉਪਯੋਗੀ ਤੱਤਵ ਨੇ ਉਹ ਬਹਿ ਜਾਣਗੇ, ਜਾਂ ਤਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲੇ ਜਾਣਗੇ, ਜਾਂ ਮਿੱਟੀ ਦੇ ਥੱਲੇ ਸੋਖੇ ਜਾਣਗੇ ਜਾਂ ਥੱਲੇ ਚਲੇ ਜਾਣਗੇ। ਠੀਕ ਹੈ, ਤਾਂ ਇਸ ਤਰੀਕੇ ਨਾਲ ਜਦੋਂ ਐਕਸਟਰਾ ਪਾਣੀ ਕਰਕੇ ਜਿੰਨੇ ਵੀ ਉਪਯੋਗੀ ਤੱਤਵ ਹੁੰਦੇ ਨੇ ਮਿੱਟੀ 'ਚ, ਉਹਨਾਂ ਦਾ ਬਹਿ ਜਾਣਾ ਕੀ ਕਹਿਲਾਉਂਦਾ, ਲੀਚਿੰਗ। ਇਹ ਵਰਡ ਯਾਦ ਰੱਖਿਆ ਜੇ। ਤਾਂ ਇਹ ਕੁਐਸਚਨ ਪੁੱਛਦਾ ਹੈ ਕਿ ਲੈਟਰਾਈਟ ਸੋਇਲ ਦੇ ਵਿੱਚ ਸਾਰੇ ਮਿਨਰਲ ਨਿਊਟ੍ਰੀਐਂਟਸ ਨਹੀਂ ਮਿਲਦੇ, ਉਹਦਾ ਕਾਰਨ ਕੀ ਹੈ, ਤਾਂ ਉਹਦਾ ਕਾਰਨ ਹੈ ਲੀਚਿੰਗ ਪ੍ਰੋਸੈਸ। ਕੀ ਕਾਰਨ ਹੈ, ਲੀਚਿੰਗ ਪ੍ਰੋਸੈਸ, ਕਿ ਉਸ ਰੀਜਨ 'ਚ ਸਾਰੇ ਉਪਯੋਗੀ ਤੱਤਵ ਪਾਣੀ ਨਾਲ ਬਹਿ ਗਏ ਨੇ ਜਾਂ ਜ਼ਮੀਨ ਦੇ ਥੱਲੇ ਚਲੇ ਗਏ। ਪੰਜਵਾਂ ਪੁਆਇੰਟ ਆਈ ਹੋਪ ਇਹ ਸਮਝ ਆ ਗਿਆ ਹੋਏਗਾ। ਫਿਫਥ ਚੀਜ਼, ਹੁਣ ਇਹ ਕੰਮ ਕੀ ਆਏਗਾ, ਮਤਲਬ ਇਹਦੇ 'ਚ ਕੋਈ ਗੁਣ ਹੈ ਨਹੀਂ, ਕੋਈ ਚੀਜ਼ ਨਹੀਂ ਪਾਈ ਜਾਂਦੀ, ਤਾਂ ਇਹਦੇ ਤੋਂ ਬਣਾਇਆ ਕੀ ਜਾਂਦਾ ਹੈ, ਤਾਂ ਇਹਦੀ ਜਿਹੜੀ ਐਪਲੀਕੇਸ਼ਨ ਹੈ, ਐਪਲੀਕੇਸ਼ਨ ਇਸ ਮਿੱਟੀ ਦੀ ਕੀ ਹੈ, ਬਿਲਡਿੰਗ ਮਟੀਰੀਅਲ ਬਣਾਉਣ ਵਾਸਤੇ। ਬਿਲਡਿੰਗ ਮਟੀਰੀਅਲ ਮਤਲਬ ਇੱਟਾਂ ਬਣਾਉਣੀਆਂ ਨੇ, ਸੀਮੈਂਟ ਬਣਾਉਣ 'ਚ ਪਾ ਲਿਆ, ਕੁਛ ਹੋਰ ਬਿਲਡਿੰਗ ਮਟੀਰੀਅਲ ਬਣਾਉਣ 'ਚ ਪਾ ਲਿਆ, POP 'ਚ ਪਾ ਲਿਆ, ਤਾਂ ਬਿਲਡਿੰਗ ਮਟੀਰੀਅਲ 'ਚ ਮਿੱਟੀ ਜ਼ਿਆਦਾਤਰ
यूज होंदी है। 6th चीज कहना कि ਇਹਦੇ ਚ ग्रो कुछ ਕੀਤਾ ਜਾ ਸਕਦਾ ਹੈ। ਜਨਰਲੀ ਤਾਂ ਨਹੀਂ ਕੀਤਾ ਜਾ ਸਕਦਾ, ਪਰ ਜਦੋਂ ਇਹਦੇ ਚ ਆਪਾਂ ਕੁਝ ਉਪਜਾਊ ਤੱਤਵ ਐਡ ਕਰੀਏ ਮਾੜੇ ਮੋਟੇ ਤਾਂ ਕੀ ਵਧੀਆ ਤਰੀਕੇ ਨਾਲ ਉਗਾਏ ਜਾ ਸਕਦੇ। ਤਾਂ ਯਾਦ ਰੱਖਿਆ ਜੇ ਪਲਾਂਟੇਸ਼ਨ ਕਰੋਪ ਆਪਾਂ ਇੱਥੇ ਧੱਕਾ ਕਰਕੇ ਉਗਾ ਸਕਦੇ ਹਾਂ। ਪਲਾਂਟੇਸ਼ਨ ਕਰੋਪਸ ਜਿਹੜੀਆਂ ਨੇ ਉਹ ਸਾਰੀਆਂ ਉਗਾ ਸਕਦੇ ਹਾਂ। ਲੈਟਰਾਈਟ ਸੋਇਲ ਵਾਸਤੇ ਸਭ ਤੋਂ ਘੈਂਟ ਫਸਲ ਜਿਹੜੀ ਉਗਾਈ ਜਾ ਸਕਦੀ ਹੈ ਉਹ ਹੈ ਕੈਸ਼ੂ, ਯਾਨੀ ਕਿ ਕਾਜੂ। ਪਲਾਂਟੇਸ਼ਨ ਕਰੋਪ ਤਾਂ ਧੱਕਾ ਹੋ ਗਿਆ, ਪਰ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਉਗਦਾ ਉਹ ਹੈ ਕਾਜੂ। ਇਹ ਯਾਦ ਰੱਖਿਓ ਜੀ, ਠੀਕ ਹੈ ਜੀ। ਤਾਂ ਇਹ ਸੀਗੀ ਲੈਟਰਾਈਟ ਸੋਇਲ। ਅੱਗੇ ਚੱਲਦੇ ਹਾਂ ਐਰਿਡ ਸੋਇਲ। ਐਰਿਡ ਸੋਇਲ ਦੀ ਗੱਲ ਕਰੀਏ ਰਾਜੇ ਤਾਂ ਜਿਹੜੀ ਐਰਿਡ ਸੋਇਲ ਹੈ ਇਹਨੂੰ ਕਿਹਾ ਜਾਂਦਾ ਹੈ ਸ਼ੁਸ਼ਕ ਮਿੱਟੀ। ਹੁਣ ਤੁਹਾਨੂੰ ਯਾਦ ਹੋਏਗਾ ਆਪਾਂ ਪੜ੍ਹ ਕੇ ਆਏ ਹਾਂ ਲੈਟਰਾਈਟ ਸੋਇਲ। ਲੈਟਰਾਈਟ ਸੋਇਲ ਕਿੱਥੇ ਹੁੰਦੀ ਸੀ? ਜਿੱਥੇ ਟੈਂਪਰੇਚਰ ਵੀ ਹਾਈ ਸੀਗਾ ਤੇ ਜਿੱਥੇ ਰੇਨਫੋਲ ਵੀ ਹਾਈ ਸੀਗਾ। ਹੁਣ ਧਿਆਨ ਨਾਲ ਦੇਖਿਆ ਜੇ ਇੱਕ ਡਿਫਰੈਂਸ ਆਏਗਾ ਇੱਥੇ। ਐਰਿਡ ਸੋਇਲ, ਐਰਿਡ ਸੋਇਲ ਨੂੰ ਇਹਦਾ ਅਦਰ ਨੇਮ ਹੈ शुष्क मिट्टी या मारुस्थली मिट्टी। डेजर्टेड सॉइल। दूसरी इंपॉर्टेंट गल हुण कित्थे पाई जाती है? रीजन, किस रीजन च मिट्टी मिलती है? जिथे टैंपरेचर बहुत ज़्यादा होवे, है ना, आ वाली कंडीशन होगी ना लैटराइट वाली, प्लस जिथे रेनफॉल जिहड़ा है वो बहुत घट होवे। तो थोड़ा जा कंडीशन उल्ट गई है इत्थे। लैटराइट च रेनफॉल ज़्यादा चाहिदा सीगा ते शुष्क मिट्टी च रेनफॉल घट चाहिदा है। इस करके इहदा जिहड़ा रीजन है वो है स्टेट कवर। इहदा रीजन है राजस्थान ते राजस्थान दे नाल लगदे कुछ एरिए, कुछ पंजाब भी लग जाता है, कुछ हरियाणा भी कुछ लग जाता है। ठीक है, चलो चौथा। हुण इस मिट्टी च ना तो कोई ह्यूमस की मात्रा मिलती, ना ही कोई मिनरल मिलता, ना ही कोई न्यूट्रिएंट मिलता। हुण ये भी लैटराइट सोइल वाली कंडीशन हो गई सारी। लैटराइट सोइल च क्यों नहीं ये सारा कुछ मिल रहा सीगा? क्योंकि उत्थे ज़्यादा पानी करके की हो रही सीगी? लीचिंग, सारे तत्व बह रहे सीगे। हुण इत्थे की है, पानी तो है ही नहीं क्योंकि रेनफॉल तो हो ही नहीं रही। जे रेनफॉल नहीं हो रही पर टैंपरेचर तो बहुत ज़्यादा हाई है ना, बहुत ज़्यादा टैंपरेचर होएगा, गर्मी बहुत ज़्यादा होएगी तो नमी वाष्पित होके हवा चुट जाएगी, मिनरल खत्म हो जाएंगे ज़्यादा गर्मी हीट करके, न्यूट्रेंट जिहड़े ने वो सारे पानी नाल वाष्पित होके अपने वायुमंडल च उपर उड़ जाते हैं। तो इस करके ये मिट्टी किसी काम की नहीं रह जाती। ठीक है जी। पंजवीं चीज़ की ग्रो किया जा सकता है इत्थे? इत्थे कुछ नहीं ग्रो कर सकते आपां, सिर्फ कांटेदार झाड़ियाँ श्रब्स वगैरह इत्थे हुंदे ने। ठीक है। छेवीं चीज़ इहदा जिहड़ा कलर है वो रैड ते ब्राउन हुंदा है। क्लियर हो गया? तो ये सीगी अपनी शुष्क मिट्टी। अगे चलते हैं तो लास्ट मिट्टी फॉरेस्ट सोइल।
ਫੋਰੈਸਟ ਮਿੱਟੀ ਜਿਹੜੀ ਹੈ ਇਹ ਜ਼ਿਆਦਾਤਰ ਪਹਾੜਾਂ 'ਚ ਮਿਲਦੀ ਹੈ, ਹਿਲਸ 'ਤੇ ਪਾਈ ਜਾਂਦੀ ਹੈ, ਇਸ ਕਰਕੇ ਇਹਨੂੰ ਪਰਬਤੀ ਮਿੱਟੀ ਵੀ ਕਿਹਾ ਜਾਂਦਾ ਹੈ। ਪਰਬਤੀ ਮਿੱਟੀ ਜਾਂ ਮਾਊਂਟੇਨ ਸੋਇਲ, ਮਾਊਂਟੇਨਸ ਸੋਇਲ, पर्वतीय मिट्टी। दूसरी चीज किथे किथे मिट्टी मिलती है फाउंड यानी कि स्टेट कवर की गल करिए तो कश्मीर तो जिथों अपना हिमालय शुरू हो गया सीगा उथों लैके मिलेगी अरुणाचल प्रदेश तक। ठीक है जी। की ग्रो हुंदा इत्थे, इत्थे ज़्यादा फॉरेस्ट ही पाए जाते हैं, कुछ भी ग्रो नहीं किया जा सकता। ज़्यादा तो ज़्यादा इत्थे प्लांटेशन क्रॉप उगाइयां जा सकदियां ने, जिवें कि सीडीनुमा खेती करके, जिन्हों सीडीनुमा नूं इंग्लिश विच कहंदे ने स्टैप फार्मिंग। तो टी उगा लेंदे ने, कॉफ़ी उगा लेंदे ने, कुछ ड्राई फ्रूट उगा लेंदे ने, कुछ मैंगो वर्गे सिंपल फ्रूट्स भी इत्थे उग जांदे ने। तो ये सारियां जिहड़ियां चीज़ां ने इत्थे ग्रो होंदियां ने। ठीक है जी। इस मिट्टी च कुछ ज़्यादा कदे क्वेश्चन नहीं बनया, तो बस तुसीं ये 3 पॉइंट समझ लो। ठीक है जी। तो ये सीगियां टोटल 6 मिट्टियां। लैंड जिहड़ा रिसोर्स है ये आपां नहीं पढ़ रहे, तो तीनों रिसोर्स कवर हो गए, सोइल, वाटर एंड लैंड। हुण अगला जिहड़ा टॉपिक राजे आएगा वो आएगा एनर्जी रिसोर्सिस एंड मिनरल्स ऑफ इंडिया। एनर्जी रिसोर्सिस एंड मिनरल्स ऑफ इंडिया, ये टॉपिक रहेगा। इस टॉपिक नूं आपां इक्को लैक्चर च कवर करांगे। ठीक है जी। इस तो बाद आपां एक MCQs सीरीज़ शुरू करनी है ATT PS टेट ते पंजाब दे एग्जाम वास्ते। इस नंबर ते अपना WhatsApp छड्डो 9478833524 ते चैनल नूं शेयर कर दिओ। अज आस्ते इन्ना ही राजे, आपां अज सोइल कवर किया। थैंक यू।